ਵਾਹਿਗੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅੰਗ ਤੇਜ ਕਹਿਜੈ ਕੋਟ ਇੰਦਰ ਇੰਦਰਾਣ ਸਾਰੇ ਸਹਾਣ ਗਣਜੈ ਤ੍ਰਿਭਵਨ ਮਹੀਪਸੁਰ ਨਰ ਅਸੁਰ ਨੀਤ ਨੀਤ ਵਨ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੀ ਕਾ ਜਪਿਆ ਜਾਪ ਕਹਾ ਕਰੇ ਕੋਈ ਵਿਚਾਰਾ ਪ੍ਰਭ ਮੇਰੀ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸਰਣ ਪਰਿਓ ਨਾਨਕ ਦਾਸ ਜਾਤੇ ऊपर को नाही हम अवगुण भरे एक गुण अमृत छाड़ बिख बिख माया मोह
ਸੁਤਦਾਰਾ ਸਿਆਮ ਇੱਕ ਉਤਮ ਪੰਥ ਸੁਣਿਓ ਤੇ ਮਿਲੰਤ ਜੰਤਰਾ ਸਮਿਟਾਈ ਇੱਕ ਅਰਦਾਸ ਭਾਟ ਕੀ ਰਤ ਕੀ ਗੁਰ ਰਾਮਦਾਸ ਰੱਖੋ ਸਕੋ ਟਲ ਗੁਰ ਸੇਵੀਐ ਅਹਨਿਸ ਸਹਜ ਦਰਸ਼ਨ ਪਰਸਿਐ ਗੁਰੂ ਕੈ ਹੋਵੇ ਸਿਫਤ ਖਸੰਬਦੀ ਅਰਸੋ ਕੁਰਸੋ ਚਟਿਐ ਬਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਐ ਸਗਣਾ ਸਚਾ ਸਾਹੋ ਸਿਰ ਸਾਧ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਕੰਦਈਆ ਮੇਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹਿਆ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹਿਆ ਜਪ ਜਗਨਾਥ ਜਗਦੀਸ਼ ਗੁਸਈਆ ਸਰਨ ਪਰੇ ਸਈ ਜਨ ਉਬਰੇ ਜੋ ਪ੍ਰਹਲਾਦ ਉਧਾਰ ਸਮਈਆ ਰਹਾ ਪਾਰ 18 ਮਹ ਚੰਦਨ ਉਤਮ ਚੰਦਨ ਨਿਕਟ ਸਭ ਚੰਦਨ ਹੁਈਆ ਸਾਕਤ ਕੂੜ ਊ ਸੁਖ ਹੁਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣ ਸਭ ਵਿਦ ਹਰ ਹਰ ਆਪ ਬਨਈਆ ਜਿਸ ਸਤ ਗੁਰ ਭੇਟ ਸੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਭੰਡਾਰ ਖੁੱਲਿਆ ਗੁਰ ਚਰਨੀ ਇਕ ਸ਼ਰਧਾ ਉਪਜੇ ਮੈਂ ਹਰ ਗੁਣ ਕਹਿਤ ਤ੍ਰਿਪਤ ਨ ਪਈਆ
ਪਰਮ ਬੈਰਾਗ ਨਿਤ ਨਿਤ ਹਰਿ ਧਿਆਏ। ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ। ਬਾਰ ਬਾਰ ਖਿਨ ਖਿਨ ਪਲ ਕਹੀਆ। ਹਰ ਪਾਰ ਨ ਪਾਵੈ ਪਰ ਪਰਈਆ। ਸਾਸਤ ਵੇਦ ਪੁਰਾਨ ਪੁਕਾਰਹਿ। ਧਰਮ ਕਰਹੁ ਖਟ ਕਰਮ ਦਿਰੜਈਆ। ਮਨ ਮੁਖ ਪਖੰਡ ਪਰਮ ਵਿਗੁਤ। ਲੋਭ ਲਹਿਰ ਨਾਵ ਪਾਰ ਬੁੜਈਆ। ਨਾਮ ਜਪਹੁ ਨਾਮੇ ਗਤ ਪਾਵਹੁ। ਸਿਮਰਤ ਸਾਸਤਰ ਨਾਮ ਦਿਰੜਈਆ। ਹਉਮੈ ਜਾਏ ਤਾ ਨਿਰਮਲ ਹੋਵੈ। ਗੁਰਮੁਖ ਪਰਚੈ ਪਰਮ ਪਦ ਪਈਆ। ਇਹੋ ਜਗ ਵਰਨ ਰੂਪ ਸਭ ਤੇਰਾ। ਜਿਤ ਲਾਵਹਿ ਸੇ ਕਰਮ ਕਮਈਆ। ਨਾਨਕ ਯੰਤ ਵਜਾਏ ਵਾਜਹਿ। ਜਿਤ ਭਾਵੈ ਤਿਤ ਰਾਹੇ ਚਲਈਆ। ਇਹੋ ਜਗ ਵਰਨ ਰੂਪ ਸਭ ਤੇਰਾ। ਜਿਤ ਲਾਵਹਿ ਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਾਜਹਿ। ਜਿਤ ਭਾਵੈ ਤਿਤ ਰਾਹੇ ਚਲਈਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗੁਰੂ ਗਰੀਬ ਨਵਾਜ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ। ਐਸੇ ਗੁਰਦੇਵ ਪ੍ਰਕਾਸ਼ ਰੂਪ ਸਤਿਗੁਰ ਜੀ ਜਿਨ੍ਹਾਂ ਦੀ ਛਤਰ ਛਾਇਆ ਹੇਠ ਸਾਰੀ ਦੁਨੀਆ ਕੁਝ ਮੰਗ ਰਹੀ ਹੈ। ਹਰ ਮਨੁੱਖ ਅਰਦਾਸ ਕਰ ਰਿਹਾ ਹੈ ਆਪਣੀ ਆਪਣੀ ਸ਼ਰਧਾ ਨਾਲ। ਜਿਸ ਦੀ ਜਿਤਨੀ ਸ਼ਰਧਾ ਉਤਨਾ ਉਹਦਾ ਹਿਰਦਾ ਲਬਾਲਬ ਭਰੀ ਜਾ ਰਿਹਾ ਹੈ। ਅਰਦਾਸ ਕਰੀਏ ਪਾਤਸ਼ਾਹ ਸਾਡੇ ਹਿਰਦੇ 'ਚ ਸ਼ਰਧਾ ਪਾ। ਜਦੋਂ ਸ਼ਰਧਾ ਜਿਤਨੀ ਆ ਗਈ ਨਾ ਉਤਨੀ ਬਖਸ਼ਿਸ਼ ਹੈ, ਉਤਨੀ ਰਹਿਮਤ ਹੋਵੇਗੀ ਆਪ ਜੀ ਦੀ। ਐਸੇ ਗੁਰਦੇਵ ਪਾਤਸ਼ਾਹ ਦੀ ਚਰਨਾਂ ਵਿੱਚ ਅਸੀਂ ਸਾਰੇ ਜੁੜ ਕੇ ਬੈਠੇ ਹਾਂ। ਖਾਲਸਾ ਜੀਓ, ਪਾਤਸ਼ਾਹ ਤੋਂ ਬਹੁਤ ਕੁਝ ਮੰਗਣਾ ਹੈ, ਪਰ ਸਾਰੀਆਂ ਮੰਗਾਂ ਇੱਕ ਥਾਂ ਤੇ ਆ ਕੇ ਰੁਕ ਜਾਂਦੀਆਂ ਹਨ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆ ਦੀਆਂ ਸਾਰੀਆਂ ਮੰਗਾਂ ਤਿੰਨਾਂ ਗੁਣਾਂ ਦੇ ਅਧੀਨ ਹਨ। ਰਜਗੁਣ, ਤਮਗੁਣ, ਸਤਗੁਣ। ਇਹਨਾਂ ਦੇ ਅਧੀਨ ਸਾਰੀਆਂ ਮੰਗਾਂ ਹਨ।
ਜਿਹੜਾ ਚੌਥਾ ਗੁਣ ਹੈ ਨਾ, ਉਸ ਵਿੱਚ ਕੋਈ ਮੰਗ ਨਹੀਂ ਹੁੰਦੀ। ਉਹ ਗੁਣ ਵੀ ਤਾਂ ਹੀ ਹੁੰਦਾ ਹੈ ਜੇ ਦੁਨਿਆਵੀ ਪਦਾਰਥਾਂ ਦੇ ਮੰਗਣ ਦੀ ਬਿਰਤੀ ਖਤਮ ਹੋ ਜਾਵੇ। ਜਦ ਤੱਕ ਦੁਨਿਆਵੀ ਪਦਾਰਥਾਂ ਦੇ ਮੰਗਣ ਦੀ ਬਿਰਤੀ ਹੈ, ਉਹ ਗੁਣ ਨਹੀਂ ਆਉਂਦਾ। ਤਿੰਨ ਗੁਣ ਅਗਿਆਨ ਦੀ ਅੰਸ਼ ਕਰਕੇ ਅੱਗੇ ਰੁਕ ਜਾਂਦੇ ਹਨ। ਸਾਧਕ ਜਨ, ਸਾਧਨਾ ਕਰਨ ਵਾਲੇ ਮਨੁੱਖ ਜਦੋਂ ਜ਼ੋਰ ਲਗਾਉਂਦੇ ਹਨ ਸਤੋ ਗੁਣ ਤੋਂ ਉੱਤੇ ਜਾਣ ਲਈ, ਆਪਣਾ ਜ਼ੋਰ ਨਹੀਂ ਚੱਲਦਾ ਉਹਨਾਂ ਦਾ, ਉੱਥੇ ਕਿਰਪਾ ਚੱਲਦੀ ਹੈ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਉਸ ਅਵਸਥਾ ਵਿੱਚ ਜਾ ਕੇ ਖਾਲਸਾ ਜੀਓ ਬੰਦਾ ਆਨੰਦ ਮਹਿਸੂਸ ਕਰਦਾ ਹੈ। ਅਸਲ ਆਨੰਦ ਉੱਥੇ ਹੈ। ਚੌਥੇ ਸੁਣਨੇ ਜੋ ਨਰ ਜਾਣੈ, ਤਾਕੋ ਪਾਪ ਨਾ ਪੁੰਨੰ। ਉਹ ਚੌਥੇ ਸੁਣ ਦੀ ਅਵਸਥਾ ਜਿਸ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਲੀਨ ਹਨ। ਫਿਰ ਵੀ ਪਾਤਸ਼ਾਹ ਆਪਣੀ ਨਿਮਰਤਾ ਦਰਸਾ ਰਹੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ। ਆਓ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਆਨੰਦਮਈ ਬਚਨ ਸਰਵਣ ਕਰੀਏ। ਸਾਰੇ ਗੁਰਮੁਖ ਪਿਆਰੇ ਅਰਦਾਸ ਕਰੀਏ। ਪਾਤਸ਼ਾਹ ਬੋਲਣਾ ਸੁਣਾਉਣਾ ਤੁਸੀਂ ਹੈ, ਕੰਨ ਵੀ ਸਾਡੇ ਖੁੱਲੇ ਹਨ, ਜ਼ੁਬਾਨ ਵੀ ਸਾਡੀ ਬੋਲਦੀ ਹੈ, ਪਰ ਸੁਰਤੀ ਦੀ ਇਕਾਗਰਤਾ ਤੁਸੀਂ ਬਖਸ਼ਿਸ਼ ਕਰਨੀ ਹੈ। ਤੁਸੀਂ ਹਿਰਦੇ 'ਚ ਵਸਾਉਣਾ ਹੈ, ਸ਼ਰਧਾ ਪੈਦਾ ਕਰਨੀ ਕਿ ਹਿਰਦੇ ਦੇ ਅੰਦਰ ਧਸ ਜਾਵੇ, ਸਮਾ ਜਾਵੇ ਆਪ ਜੀ ਦਾ ਉਪਦੇਸ਼। ਆਓ ਅਰਦਾਸ ਬੇਨਤੀ ਕਰਦਿਆਂ ਸਾਰੇ ਗੁਰੂ ਕੇ ਪਿਆਰੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵਹੁ, ਹਰ ਚੰਦਨ ਵਾਸ ਸੁਗੰਧ ਗੰਧਈਆ। ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ। ਇਹ ਸਮਾਂ ਹੈ ਗਰਮੀ ਦਾ। ਗਰਮੀ ਵਿੱਚ ਬੰਦਾ ਕੀ ਲੱਭਦਾ ਹੈ? ਏਸੀ, ਦਰਖਤ ਦੀ ਛਾਂ, ਰਾਤ ਨੂੰ ਬਾਹਰ ਚੰਦਰਮਾ ਦੇ ਥੱਲੇ ਬੈਠਦਾ ਹੈ, ਲੇਟਦਾ ਹੈ। ਕਿਹਦੇ ਲਈ? ਉਹਦੇ ਸਰੀਰ ਨੂੰ ਠੰਡਕ ਮਹਿਸੂਸ ਹੋਵੇ, ਇਸੇ ਲਈ ਪੱਖੇ ਲਾਏ, ਇਸੇ ਲਈ ਏਅਰ ਕੰਡੀਸ਼ਨ ਹੈ ਵਾਤਾਵਰਨ ਦੇ ਅਨੁਕੂਲ ਰਹਿਣ ਲਈ। ਕਿ ਵਾਤਾਵਰਨ ਕੈਸਾ ਹੈ ਉਹਨੂੰ ਆਪਣੇ ਅਨੁਕੂਲ ਢਾਲ ਲਈਏ। ਉਸ ਵਾਤਾਵਰਨ ਅਨੁਕੂਲ ਨਹੀਂ, ਆਪਣੇ ਅਨੁਕੂਲ ਢਾਲ ਲਈਏ। ਬੰਦਾ ਉਸ ਲਈ ਬਹੁਤ ਪਾਪੜ ਵੇਲਦਾ ਹੈ। ਤੇ ਪਾਤਸ਼ਾਹ ਦਾ ਵਚਨ ਹੈ, ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਜੈਸਰੀ ਦੀਵਾਰ। ਮਹੱਲਾ ਪੰਜਵਾਂ। ਚੰਦਨ ਤੁਸੀਂ ਵੇਖਿਆ ਹੋਣਾ ਮੱਥੇ ਤੇ ਲਾਉਂਦੇ ਹਨ। ਸੱਚਖੰਡ ਜੀ ਹਜ਼ੂਰ ਸਾਹਿਬ ਉੱਥੇ ਰਗੜ ਕੇ ਨਾ ਮੱਥੇ ਤੇ ਲਗਾਉਂਦੇ ਹਨ। ਇੱਕ ਤਾਂ ਮਰਿਆਦਾ ਹੈ, ਦੂਜਾ ਮੱਥੇ ਨੂੰ ਠੰਡਕ ਪੂਣਾ ਮਹਿਸੂਸ ਕਰਦਾ ਹੈ, ਉਹ ਠੰਡਾ ਹੁੰਦਾ ਹੈ। ਦੂਜਾ ਚੰਦ ਚੰਦਰਮਾ
ਰਾਤ ਨੂੰ ਜਦੋਂ ਆਪਣੀਆਂ ਰਿਸ਼ਮਾਂ ਛੱਡਦਾ ਹੈ, ਉਹਦੀ ਰਿਸ਼ਮਾਂ 'ਚ ਅੰਮ੍ਰਿਤ ਹੁੰਦਾ ਹੈ। ਤੁਸੀਂ ਸਰਵਣ ਕੀਤਾ ਹੋਣਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਲਿਖਵਾ ਰਹੇ ਸਨ, ਉੱਥੇ ਸੁਖਮਨੀ ਸਾਹਿਬ ਦੀ ਬਾਣੀ ਦਾ ਇਤਿਹਾਸ ਆਇਆ। ਅੰਮ੍ਰਿਤ ਵੇਲੇ ਦਾ ਸਮਾਂ, ਗੁਰੂ ਪਾਤਸ਼ਾਹ ਰਾਮਸਰ ਸਰੋਵਰ ਦੇ ਕੰਢੇ ਤੇ ਬੈਠੇ ਹਨ, ਨਾਲ ਭਾਈ ਗੁਰਦਾਸ ਜੀ ਆ ਗਏ, ਇਸ਼ਨਾਨ ਕੀਤਾ ਸਰੋਵਰ ਵਿੱਚ ਹੀ। ਉੱਥੇ ਪਾਤਸ਼ਾਹ ਬਸਤਰ ਪਾ ਕੇ ਬੈਠ ਗਏ, ਦੋਨੋਂ ਹੀ ਹਨ, ਭਾਈ ਗੁਰਦਾਸ ਜੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ। ਉੱਥੇ ਜ਼ਿਕਰ ਹੁੰਦਾ ਹੈ, ਗੁਰੂ ਪਾਤਸ਼ਾਹ ਕਹਿੰਦੇ, ਭਾਈ ਸਾਹਿਬ ਜੀ, ਦੁਨੀਆ ਤੜਫ ਰਹੀ ਹੈ, ਘਰ ਘਰ ਅੱਗ ਵਰਤਦੀ ਪਈ ਹੈ, ਲੱਗਦੇ ਹਨ ਸਾਰੇ ਸੁਖੀਆਂ ਸੀ, ਪਰ ਸਭ ਦੇ ਹਿਰਦੇ 'ਚ ਅੱਗ ਬਲਦੀ ਪਈ ਹੈ। ਅੱਜ ਕੱਲ੍ਹ ਤਾਂ, ਉਦੋਂ ਵੀ ਅੱਗ ਸੀ ਤੇ ਅੱਜ ਤਾਂ ਅੱਗ ਦੀਆਂ ਭਾਂਬੜਾਂ ਹਨ। ਆਪਣੇ ਹਿਰਦੇ ਸਾਰੇ ਵੇਖਣਾ, ਕਿਹਦਾ ਹਿਰਦਾ ਸ਼ਾਂਤ ਹੈ ਬਈ, ਦੂਜੇ ਵੱਲ ਨਾ ਵੇਖੀਏ। ਸਾਡਾ ਧਿਆਨ ਹਮੇਸ਼ਾ ਦੂਜੇ ਵੱਲ ਹੁੰਦਾ ਵੀ ਉਹ ਬੰਦਾ ਸੜਦਾ ਹੋਵੇਗਾ, ਉਹ ਬੰਦੇ ਆ ਜਿਹੜਾ ਤੂੰ ਹਿਰਦੇ ਸੜਦਾ ਹੈ, ਉਹ ਅੱਗ ਦੇਖ। ਪਾਤਸ਼ਾਹ ਕਹਿੰਦੇ ਦੁਨੀਆ ਸੜਦੀ ਪਈ ਹੈ, ਅੰਦਰੋਂ ਅੰਦਰ ਹੀ ਸੜੀ ਜਾ ਰਹੀ ਹੈ, ਕਿਵੇਂ ਬੇੜਾ ਪਾਰ ਕਰੀਏ ਇਹਨਾਂ ਦਾ। ਫਿਰ ਥੋੜੀ ਦੇਰ ਬਾਅਦ ਆਨੰਦ ਚ ਆਏ। ਪਾਤਸ਼ਾਹ ਕਹਿੰਦੇ ਕਿ ਜਿਹੜਾ ਜੀਵ ਪਾਪ ਕਰਦਾ ਨਾ, ਉਹ ਪਾਪ ਕਰਕੇ ਫਿਰ ਆਪਣੇ ਲੇਖਾ ਜੋਖੇ ਭੋਗਣ ਲਈ ਚੰਦਰਮਾ ਦੀ ਰਿਸ਼ਮਾ ਰਾਹੀਂ ਚੰਦਰ ਕਲਾ ਬਣ ਕੇ, ਜੀਵ ਕਲਾ ਬਣ ਕੇ ਧਰਤੀ ਤੇ ਆਉਂਦਾ ਹੈ। ਉਹ ਚੰਦ ਕਲਾ ਜਿਹਨੂੰ ਜੀਵ ਕਲਾ ਆਖਦੇ ਹਨ, ਜਿੱਥੇ ਜਿੱਥੇ ਡਿੱਗਦੀ ਹੈ ਨਾ, ਉਹ ਵੈਸਾ ਵੈਸਾ ਸਰੀਰ ਧਾਰਨ ਕਰ ਲੈਂਦੀ ਹੈ। ਉਹ ਕੋਈ ਆਮ ਖਾਲਸਾ ਜੀ, ਉਹ ਪਾਣੀ ਦੀ ਬੂੰਦਾਂ ਨਹੀਂ ਹੁੰਦੀਆਂ, ਉਹ ਜਿਹਨੂੰ ਅਸੀਂ ਤਰੇਲ ਕਹਿੰਦੇ ਆਮ, ਉਹ ਤਰੇਲ ਨਹੀਂ ਹੁੰਦੀ, ਉਹ ਜੀਵ ਕਲਾ ਹੁੰਦੀ ਹੈ, ਬਹੁਤ ਸੂਖਮ। ਸਾਡੀਆਂ ਅੱਖਾਂ ਤੇ ਵੱਡੇ ਬੰਦੇ ਨੂੰ ਵੇਖਦੀਆਂ ਨਾ, ਉਹ ਉਸ ਜਲ ਵਿੱਚ ਅੰਮ੍ਰਿਤ ਹੈ। ਦੇਖੋ, ਰਿਸ਼ਮਾ ਵਿੱਚ ਜਿਹੜਾ ਅੰਮ੍ਰਿਤ ਝਰਦਾ ਹੈ ਉਹ ਠੰਡਾ, ਪਰ ਠੰਡ ਪੁਣੇ ਵਿੱਚ ਵੀ ਖਾਲਸਾ ਜੀ ਉੱਥੇ ਜੀਵ ਦੀ ਕਲਾ ਆ ਰਹੀ ਹੈ। ਉਹ ਵੀ ਤਿੰਨਾਂ ਗੁਣਾਂ 'ਚ ਜਿਹੜਾ ਜੀਵ ਆ ਰਿਹਾ, ਜੀਵ ਕਲਾ ਆ ਰਹੀ ਹੈ। ਠੰਡਾ ਮਹਿਸੂਸ ਹੁੰਦਾ ਹੈ, ਪਰ ਹਿਰਦੇ ਨੂੰ ਠੰਡ ਨਹੀਂ ਦਿੰਦਾ ਖਾਲਸਾ ਜੀ। ਚੰਦਨ ਚੰਦ ਤੀਜਾ ਹੈ ਸਰਦ ਰੁੱਤ। ਸਰਦੀ ਜਦੋਂ ਆਉਂਦੀ, ਬੰਦਾ ਰਜਾਈ, ਤੁਲਾਈ, ਕੰਬਲਾ ਇਹਦਾ ਪ੍ਰਯੋਗ ਕਰਦਾ ਹੈ, ਪਰ ਉਦੋਂ ਵੀ ਸੜਦੇ ਨਹੀਂ ਅਸੀਂ, ਉਦੋਂ ਵੀ ਝਗੜਦੇ ਹੀ ਹਾਂ, ਉਦੋਂ ਵੀ ਫਾਇਰਿੰਗ ਕਰਦੇ ਹੀ ਹਾਂ, ਘਰ ਘਰ ਡਾਂਗਾ ਖੜਕਦੀਆਂ, ਉਹ ਨਹੀਂ ਅੱਗ ਬਲਦੀ ਪਈ। ਸਾਰੇ ਪਾਸੇ ਅੱਗ ਹੀ ਅੱਗ ਹੈ। ਫਿਰ ਸ਼ਾਂਤੀ ਕਿੱਥੇ ਰਹੇਗੀ? ਆਮ ਦੁਨੀਆ ਨੂੰ ਮਖੌਲ ਕਰਦੀ ਹੋਵੇਗੀ ਵੀ ਸ਼ਾਂਤੀ ਕਿਹੜੀ ਇਸਤਰੀ ਦਾ ਨਾਂ ਹੈ। ਇਸਤਰੀ ਨਹੀਂ, ਇੱਕ ਸਹਿਜ ਅਵਸਥਾ ਦਾ ਨਾਂ ਹੈ। ਜਦੋਂ ਮਨ ਦੀ ਬਿਰਤੀ ਤਿੰਨਾਂ ਗੁਣਾਂ ਤੋਂ ਅਤੀਤ ਹੋ ਜਾਵੇ, ਤ੍ਰਿਗੁਣ ਅਤੀਤ, ਉਦੋਂ ਖਾਲਸਾ ਜੀ ਸ਼ਾਂਤੀ ਆਉਂਦੀ ਹੈ। ਉਹ ਕਿਵੇਂ ਆਉਂਦਾ ਹੈ? ਵਾਹਿਗੁਰੂ
अपने आप महसूस करना, अंदर हिरदा सड़दा होवे, कल्पना होवे, चिंता है, दुख है, उतो अमृत नाम का मी पा लो। हर हर नाम शीतल जल हो। ये गर्मी ज्यादा है ना, अजकल लोग ठंडे शिकंजवे पींदे हैं। थोड़ा जा हिरदे नूं कहंदे हुण थोड़ा जा ठंड मिली अंदर। वो ठंड खालसा किनू मिली? शरीर नूं मिली ना, मन तो नहीं मिलती। थोड़ी देर बाद फिर भुख लग जाती, प्यास लगती, लियाओ जी होर लियाओ। वो जिहड़ी प्यास बुझेगी हमेशा लई हर हर नाम। इसनूं असीं काटा मार दिता भी ये नहीं जपना, ये किसी होर लई है। जे ये नहीं जपना तो फिर दुखी तो रहना ही है। आज सारी दुनिया दुखी है, जगत जलंदा रख ले रख ले। अरदास की गुरु अमरदास पातशाह ने सारी मनुखता दे पर दुनिया करती नहीं ना। अगली पंक्तियां कहते ना सिमरन भजन नहीं करना। सिमरन भजन नाल ही भाई सब कुछ खत्म होना है। सब ने पूरा जोर ला ले, डॉक्टर ने, ठगी मारने वाले ने पूरे पैसे ठग ले, जोर पूरा ला ले, फिर भी किसी को शांति नहीं, सहज नहीं। किदे करके है? वाहिगुरु नाम जपिए सुख मिलेगा। गुरु रामदास पातशाह इस भाव ते आ रहे हैं। फिर नाम भी किवें जपना? अगे दसणगे पातशाह। नाम जप के भी हंकार ना आ जाए कि मैं जपदा हाँ, तां भी खत्म। हंकार भी आगे एक। जिथे बंदा नाम जप रहा है, एक पासे तां ठंडक पा रहा है, दूजे पासे अग बालदा पिया है, फिर दोवें खत्म। ना ओ रहना ना ओ रहना, अंदरली आग तो वैसी रहनी है। मना हर हर नाम शीतल जल हो। हृदय ध्यान साधना कर। वाहिगुरु वाहिगुरु वाहिगुरु। जो हृदय अंदर जाता है ना, अंदर च कह लो बर्फ का गोला गिरदा अंदर, भावें बर्फ गर्म होंदी है, पर ये जड़ा है ठंडा ठार है। कितना ठंडा है? पातशाह कहंदे चंदन वांग ठंडा है। चंदन च दो खासियत होंदी, वैसे तो बड़ी खासियत। चंदन की एक निशानी है, वो लकड़ लो, पानी च ओनू डबो, डुब जाएगी। बाकी लकड़ कोई डुबदी नहीं, वो डुबदी है। ਉਹਦਾ ਵੱਖਰਾਪਣ है आम दुनियावी लकड़ां तो। दूजा, चंदन ठंडी लकड़ होंदी है। जदों जदों रगड़ के महात्मा जन लाउंदे मत्थे ते, कुदरती उन्हें ठंड महसूस होंदी मत्थे वाल। तीजा, ਉਹਦੇ ਵਿੱਚੋਂ सुगंधी होंदी है। किसी जंगल विच एक दरखत का बूटा होवे, छोटा हुंदा है 52 उंगल का, बाणी जिक्र है 52 चंदन 52 उंगल का। जितना छोटा उतना पूरे जंगल को सुगंधी प्रदान करता है। उहदे आले दुआले सप लपटे रहंदे हैं। क्यों जी? सप्पां अंदर जहर है, जहर होंदी अग, ते अग नूं ठंडा करने लई वो लपटे रहंदे हैं। ते मना तेरे अंदर भी तो अग है सप वर्गी। दूजे नूं डंग मारदा है, लुटदा है, ठगियां मारदा है। जे उस तो बचना ही तो गुरु पातशाह चंदन हन, उन्हां दे कोल आ जा, रब दा नाम जप लै, गल बन जाएगी। तां पातशाह फरमान करदे चंदन विच एक खासियत है, हर हर नाम शीतल जल त्यावो।
इस विच ऐसा खालसा जीओ तत् है सुगंधी भी है नाम विच। नाम विच काहदी सुगंधी है जी? विखरी तो है नहीं। नाम जपन वाला कोई महात्मा बैठा होवे ना, कुछ नहीं करना, उहदे कोल जाके बह जाओ बस, अपने आप वो अदृश्य सुगंधी तुहाडे मन नूं टिका देवेगी। अपने आप, कुछ नहीं कहने की लोड़। यह है खासियत। पर महात्मा कोई मिले भी ऐसा, ऐसा महात्मा है जो मिलता है अपने आप मिल जाता है। मिलना भी उन्होंने है जिहदे मन च भावना पूरी होवे। भावना ही नहीं, वो कहता चल बड़े देखे, उन्होंने नहीं मिलता। भावना वाले ना मिलता है खालसा जी। वो सुगंधी खालसा जिन्हां महात्मा दे हिरदे विचों बाहर आउंदी है, नाम की सुगंधी, आत्म रस की सुगंधी, वो कितना आनंद है उन्हां दे हिरदे च। वो हर वेले यही जपदे हन, वाहिगुरू वाहिगुरू वाहिगुरू। ये रब दा नाम ही ठंडा ठार है। मिल सत संगत परम पद पाया, मैं हिरड पलास संग हर बुहिया। इकल्ला नाम जपन नाल भी गल नहीं बननी। एक ही जी पातशाह जी की कह रहे हो? मार कहते हाँ, मिल सत संगत। ये साध संगत की है? चार दीवारी, चार दीवारी है की है इत्थे? जिथे भी संगत होंदी है ना, भावें चार दीवारी च होवे, भावें खुले बन च होवे, संगत विच खालसा जीओ रब आके बैठ जाता है। फिर सुनना, संगत, संगत विच दो होंदे, रब ते संगत करन वाला। सुरती अते सिमरन, ये दो चीज़ां। जिथे इस बंदे की सुरती नहीं जुड़ी, वहां असीं बैठे हैं, कईयां दा ध्यान तो उड्डिया होया, उन्हां दी संगत नहीं है। ध्यान शब्द दे विच होवे, बाणी विच होवे, वो संगत है। जे बंदा सिमरन करदा, ठंडा सिमरन कर रहा है, ध्यान वाहिगुरू जप रहा है, वो वाहिगुरू की है? वो एक शब्द है। पर शब्द नाल सुरती नहीं जुड़ी होदी तां गल बनेगी नहीं, तां ठंड पुणा महसूस होवेगा ना। मिल सत संगत परम पद पाया, वो साधु महापुरखों की संगत नाल मिल के, गुरबाणी गुरसिखां की संगत नाल मिल के परम पद पाया। वो पदवी मिल गई जिहड़ी सब तो उच्ची है, श्रेष्ठ पदवी। दुनिया च कितनी पदवियां होणगियां, हर महकमे च वख-वख पदवी है। बिजली महकमा लै लो, वख-वख पदवियां, पीएम तो लैके, पानी पियाण वाले तो लैके उत्ते डायरैक्टर तक, हर थां ते पदवियां। पर सारी पदवियां डर वालियां। पीएम नूं डर है अपने तो वड्डे दा, उन्होंने डर है उस तो वड्डे दा, सारे डरी जा। डॉक्टर डरदा है सीएम तो, पीएम तो, सब डरी जाते। पीएम डरदा किसी होर तो, उन्होंने डर है अपनी कुर्सी का, कुर्सी ना खुस जाए। सारी पदवियां डर वालियां। पर जिहड़ी निरभै अवस्था है वो पातशाह दे घर है। सत संगत विच आके जिथे बंदा खालसा ज आत्म रस नूं माणदा होया उत्ते चला जाता है, उन्होंने कहते परम पद पाया। मिल सत संगत परम पद पाया, कि साध संगत नाल मिल के उन्हां गुरमुखां नूं परम पद की अवस्था प्राप्त हो गई। मैं हिरड पलास संग हर बुहिया, ये दो बूटे हैं हिरड पलास दे। इन्हां दी की निकम्मापुणा है
ਪਹਿਲੀ ਗੱਲ ਤਾਂ ਲੱਕੜ ਇਹਨਾਂ ਦੀ ਬੜੀ ਛੇਤੀ ਟੁੱਟ ਜਾਂਦੀ ਹੈ। ਸ਼ਤੀਰ ਬਣਾਓ, ਬਾਲੇ ਬਣਾਓ, ਬਣਨੇ ਨਹੀਂ ਇਹਨਾਂ ਦੇ, ਟੁੱਟ ਜਾਣਗੇ, ਲਿਫ ਜਾਣਗੇ। ਦੂਜਾ, ਇਹ ਲੱਕੜ ਕਿਸੇ ਕੰਮ ਨਹੀਂ ਆਉਂਦੀ, ਉਹ ਕੇਵਲ ਬਾਲਣ ਦੇ ਕੰਮ ਆਉਂਦੀ ਹੈ। ਇਹ ਤਾਂ ਫਿਰ ਅਚਾਰ ਬਣਨਾ ਸੀ। ਤਾਂ ਪਾਤਸ਼ਾਹ ਕਹਿੰਦੇ ਭਾਈ ਮੈਂ ਹਿਰਡ ਪਲਾਸ, ਇਹ ਲੱਕੜ ਨਕੰਮੀ ਹੈ, ਪਰ ਨਿਮਰਤਾ ਤੇ ਗੁਰੂ ਪਾਤਸ਼ਾਹ ਇਹਦੀ ਦੇ ਰਹੇ ਨੇ। ਪਾਤਸ਼ਾਹ ਕਹਿੰਦੇ ਮੈਂ ਰੱਬ ਜੀ, ਮੇਰਾ ਜੀਵਨ ਇਹਦੇ ਵਰਗਾ ਨਿਕੰਮਾ ਹੈ, ਇਥੇ ਨਿਮਰਤਾ ਹੈ। ਪਾਤਸ਼ਾਹ ਵੈਸੇ ਨਹੀਂ ਧਿਆਨ ਰੱਖਣਾ। ਗੁਰੂ ਰਾਮਦਾਸ ਪਾਤਸ਼ਾਹ ਕੈਸੇ ਹਨ? ਸੋਢੀ ਸੁਲਤਾਨ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ। ਅੱਜ ਵੀ ਉਹ ਨਿਮਰਤਾ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ ਸਾਰੇ ਦਰਬਾਰ ਤੋਂ ਨੀਵਾਂ ਹੈ। ਭਾਵ ਥੱਲੇ ਉਤਰ ਕੇ ਆਉਣਾ ਪੈਂਦਾ ਪੌੜੀਆਂ। ਜਿਤਨਾ ਕੋਈ ਥੱਲੇ ਉਤਰ ਕੇ ਆਵੇਗਾ ਉਤਨੀ ਬਖਸ਼ਿਸ਼ ਮਿਲੇਗੀ। ਪਾਤਸ਼ਾਹ ਕਹਿੰਦੇ ਰੱਬ ਜੀ ਮੈਂ ਇਤਨਾ ਨਿਕੰਮਾ, ਹਿਰਡ ਵਰਗਾ, ਪਲਾਸ ਵਰਗਾ, ਢੱਕ ਤੇ ਅਰਿੰਡ ਵਰਗਾ ਮਹਾਰਾਜ ਮੈਂ ਨਿਕੰਮਾ ਹਾਂ, ਮੇਰੇ 'ਚ ਕੁਛ ਨਹੀਂ ਪਾਤਸ਼ਾਹ, ਪਰ ਤੁਹਾਡੀ ਬਖਸ਼ਿਸ਼ ਕਰਕੇ ਸੰਗ ਹਰ ਬੁਹੀਆ, ਬੁਹੀਆ ਕਹਿੰਦੇ ਸੁਗੰਧੀ ਆ ਗਈ, ਇਤਨੀ ਸੋਹਣੀ ਫ੍ਰੈਗਨੈਂਸੀ ਆਈ ਕਿ ਪਾਤਸ਼ਾਹ ਤੁਹਾਡੀ ਸੰਗਤ ਵਿੱਚ ਬੈਠ ਕੇ ਆਪਣੇ ਆਪ ਵੀ ਬੇੜਾ ਪਾਰ ਹੋ ਗਿਆ। ਇੱਥੇ ਖਾਲਸਾ ਬੁਰਾ ਨਾ ਮੰਨਣਾ, ਕਈਆਂ ਨੂੰ ਅਜੇ ਕੁਝ ਨਹੀਂ ਸਮਝ ਆਉਂਦਾ, ਪਰ ਇੱਥੇ ਬੈਠ ਕੇ ਆਪਣੇ ਆਪ ਆਤਮ ਗਿਆਨੀ ਬਣ ਜਾਂਦੇ ਨੇ। ਕਈਆਂ ਦੀ ਅਵਸਥਾ ਸਭ ਦੀ ਵੱਖਰੀ ਵੱਖਰੀ, ਤੁਹਾਡੀ ਵੱਖਰੀ, ਤੁਹਾਡੀ ਵੱਖਰੀ। ਹੁਣ ਜਿਹੜੇ 20 ਸਾਲਾਂ ਤੋਂ ਆ ਰਹੇ ਕੁਛ ਤਾਂ ਸਮਝ ਆ ਰਹੀ ਉਹਨਾਂ ਨੂੰ, ਜਿਹੜੇ ਨਵੇਂ ਆਏ ਉਹ ਨਹੀਂ ਨਾ, ਪਰ ਸਾਰੇ ਆਤਮ ਗਿਆਨੀ ਬਣ ਜਾਣਗੇ। ਸੰਗ ਹਰ ਬੁਹੀਆ ਪਾਤਸ਼ਾਹ, ਪਰ ਹੋਵੇ ਨਿਮਰਤਾ, ਹੋਵੇ ਕੋਈ ਲੈਣ ਦੀ ਚਾਹਨਾ। ਜੇ ਚਾਹਨਾ ਨਹੀਂ, ਸ਼ਰਧਾ ਭਾਵਨਾ ਨਹੀਂ, ਫਿਰ ਨਹੀਂ ਮਿਲਦਾ ਖਾਲਸਾ ਜੀ। ਐ ਸਤਿਗੁਰ ਪਾਤਸ਼ਾਹ ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ, मैं निकम्मा पातशाह, हम रुकते फिरते कोई बात ना पूछता, गुर सतगुर संग कीड़े हम थापे। कीड़े सी पातशाह, कीड़ियां नूं गुरु अमरदास पातशाह ने बख्शिश की, तख्तां ते बिठाता। उस तख्त ते बिठाया जिस तख्त तो सारी दुनिया वड्डे वड्डे तख्तां वाले मंगदे हन। ये बख्शिश है अकाल पुरख परमात्मा दी। जप जगन्नाथ जगदीश गुसैया, मना जप, किनू जप? जगन्नाथ अकाल पुरख जो जगत दा मालक है, जगदीश जगत दा ईश्वर है, गुसैया जो सब दा कह लो, गो कह लो, धरती दा साई मालक है, जो सब दा मालक है वाहिगुरु ओनू जप। शरण परे से जन उबरे, जो प्रहलाद उधार समैया। मना जपी नीवा होके कुछ मिल जाएगा। कई बारी असी जप सारे करते, थोड़ा बहुता सारे करते होने, दो चार गाला तो कढ़ते होने रब नूं, यही है भाव कहण दा। कदी तां गुस्से च आके वाहिगुरू कहंदे होने, कदी रोंदे पिटदे वाहिगुरू कहंदे होने, जदों मुसीबत आ जाए उदों वाहिगुरू कहंदे होने। जदों बंदा वाहिगुरू कहंदा है, कई बारी उहदे कहंदे कहंदे मन च अहंकार आ जांदा है, आउंदा है मैं इतना जपण लग गया। पातशाह कहंदे ना करी। शरण पैण दा मतलब है नीवा होना। दो बंदे बैठे हैं, दोवें हंकारी हैं। एक बंदा नीवा हो गया, जितना नीवा होया ना उहदी जित हो गई,
ਦੂਜੇ ਦੀ ਹਾਰ ਹੋ ਗਈ। ਸ਼ਰਨ ਪੈਣ ਵਾਲਾ ਨੀਵਾਂ ਹੁੰਦਾ ਹੈ, ਪਰ ਜਿੱਤ ਜਾਂਦਾ ਹੈ। ਉੱਭਰ ਗਿਆ, ਉੱਭਰ ਕੇ ਬਾਹਰ ਆ ਗਿਆ ਨਾ। ਜਿਤਨਾ ਪਹਿਲਾਂ ਨੀਵਾਂ ਹੋਇਆ ਸੀ, ਜਿੱਤ ਗਿਆ, ਵੱਡਾ ਹੋ ਗਿਆ। ਪਾਤਸ਼ਾਹ ਜੀ ਸ਼ਰਨ ਪਰੇ ਸਈ ਨਰ, ਉਹ ਬੰਦੇ ਉੱਭਰ ਕੇ ਉੱਤੇ ਆ ਗਏ, ਬਸ ਤਰ ਗਏ। ਜਿਹੜੇ ਜਿਹੜੇ ਨਿਮਰਤਾ ਭਾਵਨਾ ਕਰਕੇ ਪਾਤਸ਼ਾਹ ਤੁਹਾਡੀ ਚਰਨਾਂ ਦੀ ਸ਼ਰਨ ਪੈ ਗਏ, ਸਈ ਜਨ ਉਭਰੇ, ਉਹ ਉੱਭਰ ਕੇ ਸੱਚਖੰਡ ਵੱਲ ਉੱਤੇ ਚਲੇ ਗਏ। ਉਹ ਤਿੰਨਾਂ ਗੁਣਾਂ ਤੋਂ ਅਤੀਤ ਬਣ ਗਏ ਪਾਤਸ਼ਾਹ। ਜਿਉਂ ਪ੍ਰਹਿਲਾਦ ਉਧਾਰ ਸਮਈਆ, ਜਿਵੇਂ ਪ੍ਰਹਿਲਾਦ 4 ਸਾਲ ਦਾ ਬੱਚਾ ਤੁਹਾਡੀ ਸ਼ਰਨ ਵਿੱਚ ਆਇਆ ਸੀ, ਬਸ ਬੱਚਾ ਹੀ ਸੀ, ਕਿਸੇ ਦੀ ਸ਼ਰਨ ਨਹੀਂ ਗਿਆ, ਨਾ ਸੰਡੇ ਮਰਕੇ ਦੀ, ਨਾ ਪਿਤਾ ਹਰਨਾਕਸ਼ ਦੀ, ਨਾ ਕਿਸੇ ਹੋਰ ਦੇਵੀ ਦੇਵਤੇ ਦੀ, ਰੱਬ ਦੀ ਸ਼ਰਨ ਗਿਆ। ਰੱਬ ਨੇ ਫਿਰ ਆਪਣੀ ਸ਼ਰਨ ਗਲਵਕੜੀ ਪਾ ਕੇ ਅੰਦਰ ਸਮੇਟ ਹੀ ਲਿਆ। ਖਾਲਸਾ ਜੀਓ, ਐਸਾ ਵਾਹਿਗੁਰੂ ਹੈ ਭਾਈ, ਜਿਹੜਾ ਜਿਤਨਾ ਕੋਈ ਸ਼ਰਧਾ ਨਾਲ ਜਪੇਗਾ ਉਤਨਾ ਉਹਦਾ ਬੇੜਾ ਪਾਰ ਹੋਵੇਗਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਫਰਮਾਨ ਕਰਦੇ ਹਨ, ਪਾਰ 18 ਮਹਿ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੋਈਆ। ਪੂਰੀ ਦੁਨੀਆ ਵਿੱਚ ਜਿਤਨੇ ਦਰਖਤ ਹਨ, ਫੁੱਲ ਹਨ, ਬੂਟੇ ਹਨ, ਸਾਰਾ ਕੁਝ ਲੈ ਲਓ, ਸਭ ਦਾ ਪੱਤਾ ਤੋੜ ਲਓ, ਸਾਰਿਆਂ ਦਾ ਕਿਤਨਾ ਬਣਦਾ ਹੈ? 18 ਪਾਰ ਕਹਿੰਦੇ ਨੂੰ। ਇੱਕ ਪੱਤਾ ਅਮਰੂਦ ਦਾ, ਇੱਕ ਪੱਤਾ ਖਾਲਸਾ ਜੀ ਕੇਲੇ ਦਾ, ਇੱਕ ਪੱਤਾ ਅੰਬ ਦਾ, ਸਭ ਦਾ ਇੱਕ ਪੱਤਾ, ਕੋਈ ਵੀ ਛੱਡਣਾ ਨਹੀਂ। ਉਹਨੂੰ ਕਹਿੰਦੇ 18 ਪਾਰ। ਇੱਕ ਪਾਰ ਹੋ ਗਿਆ ਨਾ। ਤੇ ਖਾਲਸਾ ਜੀ ਉਹ ਇੱਕ ਭਾਰ 18 ਭਾਰ ਭਾਵ ਸਾਰੀ ਵਨਸਪਤੀ ਵਿੱਚੋਂ, ਕਹਿਣ ਦਾ ਮਤਲਬ ਪਾਤਸ਼ਾਹ ਸਾਰਿਆਂ ਵਿੱਚੋਂ ਉੱਤਮ ਕਿਹੜਾ ਦਰਖਤ ਹੈ? ਚੰਦਨ ਹੈ। ਸਾਰੀ ਗੱਲ ਹੈ ਨਾ, ਕੋਈ ਛੱਡਿਆ ਤੇ ਨਹੀਂ। ਸਾਰਿਆਂ ਵਿੱਚੋਂ ਸਭ ਤੋਂ ਉੱਤਮ ਚੰਦਨ ਹੈ। ਤੇ ਚੰਦਨ ਦੇ ਜਿਹੜੇ ਨੇੜੇ ਰਹਿੰਦੇ ਨਾ, ਉਹ ਵੀ ਚੰਦਨ ਬਣ ਜਾਂਦੇ ਹਨ, ਪਰ ਇੱਕ ਬੰਦਾ ਨਹੀਂ ਬਣਦਾ। ਕਿਹੜਾ ਜੀ? ਬਾਂਸ। ਬਾਂਸ ਵਿੱਚ ਕਦੀ ਵੇਖਣਾ ਗੰਢਾਂ ਬੜੀਆਂ ਹੁੰਦੀਆਂ, ਲੰਬੇ ਲੰਬੇ ਹੁੰਦੇ ਖਾਲਸਾ ਜੀ, ਪਰ ਗੰਢਾਂ ਹੁੰਦੀਆਂ। ਉਹ ਗੰਢਾਂ ਕੀ ਹੈ? ਉਹਨੂੰ ਰੋਕ ਲੈਂਦੀਆਂ ਵੀ ਸੁਗੰਧੀ ਨਾ ਲੈ ਕੇ ਜਾਈ ਆਪਣੇ ਅੰਦਰ, ਜੇ ਚਲੀ ਗਈ ਤੂੰ ਵੀ ਉਹਦੇ ਵਰਗਾ ਬਣ ਜਾਏਗਾ, ਤੂੰ ਛੋਟਾ ਬਣ ਜਾਏਗਾ। ਉੱਚਾ ਲੰਬਾ ਜਾਂਦਾ ਬਾਂਸ, ਹੁੰਦਾ ਹਰਾ ਜਾ। ਪੱਤੇ ਵੀ ਕੈਸੇ ਹੁੰਦੇ ਉਹਦੇ? ਛੋਟੇ ਛੋਟੇ ਪੱਤੇ, ਲੰਬੇ ਲੰਬੇ, ਕਿਸੇ ਕੰਮ ਨਹੀਂ ਆਉਂਦੇ। ਬਾਂਸ ਵੀ ਜਿਵੇਂ ਗੰਢਾਂ ਹੁੰਦੀਆਂ, ਪਰ ਬਾਂਸ ਵੀ ਸੁਗੰਧੀ ਨਹੀਂ ਆਉਂਦੀ। ਕਬੀਰ ਸਾਹਿਬ ਫਰਮਾਨ ਕਰਦੇ, ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਜਿਹੜੇ ਚੰਦਨ ਦੇ ਨੇੜੇ ਰਹਿਣਗੇ ਚੰਦਨ ਵਰਗੇ ਬਣ ਜਾਣਗੇ। ਪਰ ਬਾਂਸ ਵਡਾਈ ਬੂਢਿਆ, ਬਾਂਸ ਵਿੱਚ ਆਪਣੇ ਆਪ ਦਾ ਹੰਕਾਰ ਹੈ ਕਿ ਮੈਂ ਉੱਚਾ ਲੰਬਾ ਜਾ ਰਿਹਾ, ਜਿਤਨਾ ਉੱਚਾ ਲੰਬਾ ਉਤਨਾ ਹੰਕਾਰ ਨਹੀਂ ਆ ਰਿਹਾ, ਹੰਕਾਰ ਵੱਧ ਰਿਹਾ ਹੈ। ਪਾਤਸ਼ਾਹ ਕਹਿੰਦੇ ਚੰਦਨ ਵਾਂਗ ਨੀਵੇਂ ਵੀ ਰਹਿਣਾ ਹੈ। ਚੰਦਨ ਤੁਹਾਨੂੰ ਸੁਗੰਧੀ ਦੇ ਰਿਹਾ ਹੈ, ਸੁਗੰਧੀ ਦੇਣ ਦਾ ਮਤਲਬ ਹੈ ਵੈਸਾ ਨੀਵਾ ਵੀ ਰਹਿਣਾ ਹੈ। ਉਹ ਸੁਗੰਧੀ ਤੁਸੀਂ ਦੂਜੇ ਨੂੰ ਵੀ ਦੇਣੀ ਹੈ, ਇਹ ਵੀ ਖਾਸੀਅਤ ਹੈ। ਇਹ ਸੁਗੰਧੀ ਆਪ ਨਹੀਂ ਸਾਂਭ ਕੇ ਬਹਿ ਜਾਣੀ, ਆਪਣੇ ਨਾਲ ਕਿਸੇ ਦੂਜੇ ਨੂੰ ਵੀ ਜੋੜਨਾ ਹੈ। ਪਾਰ 18 ਮਹਿ ਚੰਦਨ ਊਤਮ, ਚੰਦਨ ਸਭ ਤੋਂ ਸ੍ਰੇਸ਼ਟ, ਚੰਦਨ ਨਿਕਟ ਸਭ ਚੰਦਨ ਹੋਈਆ। ਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਜਿਹੜੇ ਸਾਧ ਸੰਗਤ ਗੁਰੂ ਪਾਤਸ਼ਾਹ ਤੇ ਚੰਦਨ ਹਨ, ਪਾਲੋ ਗੁਰੂ ਪਾਤਸ਼ਾਹ ਚੰਦਨ। ਅਸੀਂ ਜਿਤਨੇ ਬੈਠੇ ਆ ਨਾ ਪਾਤਸ਼ਾਹ ਦੇ ਕੋਲ, ਸਾਰੇ ਇਹਨਾਂ ਵਰਗੇ ਬਣ ਜਾਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਵਰਗੇ ਬਣਨ ਲਈ ਸਾਰੇ ਲੋਚਦੇ ਆ। ਮਹਾਰਾਜ ਆਪਣਾ ਇੱਕ ਗੁਣ ਸੁਗੰਧੀ ਵਾਲਾ ਸਾਨੂੰ ਦੇ ਦੇਣਾ, ਨਾਮ ਰਸ ਦੇ ਦੇਣਾ, ਨਿਮਰਤਾ ਭਾਵਨਾ ਪਾ ਦੇਣਾ, ਮਨ ਟਿਕ ਜਾਵੇ, ਵਿਕਾਰਾਂ ਤੋਂ ਬਚ ਜਾਵੇ। ਪਾਤਸ਼ਾਹ ਇਹ ਕਿਰਪਾ ਕਰ ਦੇਣਾ।
ਇਹ ਸੁਗੰਧੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ। ਸਾਕਤ ਕੂੜੇ ਊਵ ਸੁਖ ਹੋਏ, ਮਨ ਅਭਿਮਾਨ ਵਿਛੁੜ ਦੂਰ ਗਈਆ। ਸਾਕਤ ਉਹੀ ਆ ਗਏ ਮਨਮੁਖ। ਸਾਕਤ ਕਹਿੰਦੇ ਸ਼ਕਤੀ ਦੇ ਪੁਜਾਰੀ, ਮਨਮੁਖ ਬੰਦੇ। ਉਬ ਸੁਖ ਬਿਲਕੁਲ ਸੁੱਕੇ ਗਏ, ਕੁਛ ਨਹੀਂ ਹੈ ਉਹਨਾਂ 'ਚ। ਤੇ ਉਹ ਤਾਂ ਬਾਂਸ ਵਾਂਗ ਭਾਵੇਂ ਉੱਚੇ ਜਾਂਦੇ ਹਨ, ਪਰ ਬਾਮ ਹੁੰਦਾ ਹੀ ਖੁਸ਼ਕ ਹੀ ਖਾਲਸਾ ਜੀ, ਉਸ ਵਿੱਚ ਕੁਛ ਨਹੀਂ ਹੁੰਦਾ, ਖੁਸ਼ਕ ਪੁਣਾਈ ਹੁੰਦਾ ਹੈ। ਜਿਹੜੇ ਸਾਕੁਤ ਮਨਮੁਖ ਸ਼ਕਤੀ ਦੇ ਪੁਜਾਰੀ, ਮਾਇਆ ਦੇ ਪੁਜਾਰੀ, ਉਹ ਸੰਗਤ ਵਿੱਚ ਆ ਕੇ ਵੀ ਰੱਬ ਤੋਂ ਕੀ, ਰੱਬ ਜੀ ਮੈਨੂੰ ਨੋਟ ਦੇ ਦੀ, ਹੋਰ ਨਾ ਦੇਈ ਕੁਝ, ਆਪਣੀ ਕਿਰਪਾ ਨਾ ਦੇਈ, ਬਸ ਨੋਟ ਹੀ ਦੇਈ ਸਾਨੂੰ। ਉਹ ਪੈਸੇ ਵੱਲ ਭੱਜਦੇ ਹਨ, ਵਿਸ਼ੇ ਵਿਕਾਰਾਂ ਵੱਲ ਭੱਜਦੇ ਹਨ। ਉਹ ਗੁਰੂ ਪਾਤਸ਼ਾਹ ਤੋਂ ਆ ਕੇ ਨਾਮ ਦੇ ਸੁਗੰਧੀ ਨਹੀਂ ਲੈਂਦੇ ਖਾਲਸਾ ਜੀ। ਸਾਕਤ ਕੂੜੇ ਝੂਠੇ ਬੰਦੇ, ਉਬ ਸੁਖ ਜਿਹੜੇ ਬਿਲਕੁਲ ਖਾਲਸੇ ਸੁੱਕ ਗਏ, ਨਿਕੰਮੇ। ਮਨ ਅਭਿਮਾਨ ਵਿਛੜ ਦੂਰ ਗਈਆ, ਮਨ ਵਿੱਚ ਜਿਨ੍ਹਾਂ ਦੇ ਅਭਿਮਾਨ ਹੈ ਉਹ ਰੱਬ ਤੋਂ ਵਿਛੜ ਕੇ ਦੂਰ ਹੀ ਰਹਿੰਦੇ ਖਾਲਸਾ ਜੀ। ਕਿਉਂਕਿ ਅਹੰਕਾਰ ਹੀ ਬੰਦੇ ਨੂੰ ਰੱਬ ਤੋਂ ਤੋੜਦਾ ਹੈ। ਹਰ ਗਤ ਮਿਤ ਕਰਤਾ ਆਪੇ ਜਾਣ, ਸਭ ਵਿਦ ਹਰ ਹਰ ਆਪ ਬਣਈਆ। ਜੀ ਤੁਸੀਂ ਸਭ ਦੀ ਗਤ ਮਿਤ ਆਪੇ ਜਾਣਦੇ ਹੋ ਕਿ ਅੰਦਰ ਦੀ ਅਵਸਥਾ ਕੀ ਹੈ, ਉਹਨੂੰ ਕਿਵੇਂ ਗਤੀ ਦੇਣੀ ਹੈ, ਉਹਦੀ ਕੀ ਮਰਿਆਦਾ ਹੈ, ਉਹ ਤੁਸੀਂ ਜਾਣਦੇ ਹੋ ਪਾਤਸ਼ਾਹ। ਹਰ ਗਤ ਮਿਤ ਕਰਤਾ ਆਪੇ ਜਾਣੈ। ਹਰ ਇੱਕ ਦੀ ਮਰਿਆਦਾ, ਮਿਤ ਕਹਿੰਦੇ ਮਰਿਆਦਾ। ਮਰਿਆਦਾ ਕੀ, ਅੰਦਰਲੀ ਅਵਸਥਾ ਉਹ ਵਾਹਿਗੁਰੂ ਆਪੇ ਜਾਣਦਾ ਹੈ। ਤੇ ਕਿਸ ਨੂੰ ਕਿਵੇਂ ਗਤੀ ਮੁਕਤੀ ਦੇਣੀ ਹੈ ਉਹ ਵੀ ਜਾਣਦਾ ਹੈ। ਸਭ ਵਿਦ ਹਰ ਹਰ ਆਪ ਬਣਈਆ, ਉਹ ਸਾਰੀ ਵਿਧੀ ਰੱਬ ਨੇ ਆਪ ਬਣਾਈ ਹੋਈ ਹੈ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ। ਇਹ ਸਭ ਤੋਂ ਔਖਾ ਭਾਵ ਹੈ। ਇੱਕ ਪਾਸੇ ਤਾਂ ਬਾਦਸ਼ਾਹ ਕਹਿੰਦੇ ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ, ਦੂਜੇ ਪਾਸਾ ਪਾਤਸ਼ਾਹ ਕਹਿੰਦੇ ਭਾਈ ਸਭ ਕੁਝ ਖਤਮ ਹੋ ਜਾਏਗਾ, ਉਹ ਜਾਣਦਾ ਹੈ। ਹੁਣ ਇੱਕੋ ਦੋ ਪੰਕਤੀਆਂ 'ਚ ਪਾਤਸ਼ਾਹ ਨੇ ਦੋ ਪੱਖ ਲੈਤੇ। ਹਰ ਗਤ ਮਿਤ ਕਰਤਾ ਆਪੇ ਜਾਣੈ, ਸਭ ਵਿਦ ਹਰ ਹਰ ਆਪ ਬਣਈਆ। ਜੇ ਸਤਿਗੁਰ ਭੇਟੇ ਸੋ ਕੰਚਨ ਹੋ ਗਿਆ। ਉਹ ਜਿਹੜਾ ਸਤਿਗੁਰ ਨਾਲ ਜੁੜ ਗਿਆ ਉਹ ਕੰਚਨ ਹੋ ਗਿਆ। ਦੂਜੇ ਪਾਸੇ ਪਾਤਸ਼ਾਹ ਕਹਿੰਦੇ ਕਿ ਜੋ ਤੂੰ ਲਿਖਿਆ ਸੋ ਮਿਟੈ ਨਾ ਮਿਟਈਆ। ਜਿਹੜਾ ਕਰਮ ਲਿਖਿਆ ਸੀ ਉਹ ਮਿਟਣਾ ਨਹੀਂ, ਫਿਰ ਕੰਚਨ ਕਿਵੇਂ ਹੋ ਗਿਆ? ਅਰਦਾਸ ਵਿੱਚ ਸਾਰੇ ਅਰਦਾਸ ਕਰਦੇ ਆ ਕਿ ਰੱਬ ਜੀ ਇਹਨੂੰ ਇਹ ਦੇ ਦੇ, ਇਹ ਲਿਖਿਆ ਜੀ, ਹੁਣ ਉਹਦੇ ਕਰਮਾਂ 'ਚ ਲਿਖਿਆ ਸੀ ਇਹਨੂੰ ਉਹੀ ਮਿਲਣਾ। ਅਰਦਾਸ ਦਾ ਕੀ ਭਾਵ ਰਹਿ ਗਿਆ ਇੱਥੇ? ਤਾਂ ਜੋ ਤੂੰ ਲਿਖਿਆ ਸੋ ਮਿਟੈ ਨਾ ਮਿਟਈਆ, ਨਾ ਮਿਟ ਸਕਦਾ ਨਾ ਕੋਈ ਮਿਟ ਸਕਦਾ। ਲੇਖ ਨਾ ਮਿਟੇ ਜੋ ਸਕੀ ਹੈ ਸਕੀ, ਜੋ ਲਿਖਿਆ ਕਰਤਾਰ, ਆਪੇ ਕਾਰਨ ਜਿਨ ਕੀਆ ਕਰ ਕਿਰਪਾ ਭਗਤਾਰ। ਲੇਖ ਤਾਂ ਸਭ ਦੇ ਉਹੀ ਰਹਿਣੇ। ਫਿਰ ਪਾਤਸ਼ਾਹ ਕਹਿੰਦੇ ਇੱਥੇ ਪਾਤਸ਼ਾਹ ਕੀ ਕਰੋਗੇ ਸੀ? ਇੱਥੇ ਉਹਦੀ ਖੁੱਲੀ ਬਖਸ਼ਿਸ਼ ਚੱਲੇਗੀ। ਜਦੋਂ ਬਖਸ਼ਿਸ਼ ਹੋ ਜਾਏ ਨਾ ਫਿਰ ਨਹੀਂ ਵੇਖਦਾ ਕੋਈ ਲੇਖ ਚੋਂ ਸਾਰੇ ਮਿਟਾ ਕੇ ਪਰੇ ਮਾਰਦਾ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਇਹ ਬਖਸ਼ਿਸ਼ ਗੁਰੂ ਪਾਤਸ਼ਾਹ ਦੇ ਕੋਲ ਹੈ, ਹੋਰ ਕਿਸੇ ਕੋਲ ਨਹੀਂ ਹੈ। ਆਮ ਇਹ ਪੰਕਤੀ ਹੋਇਆ ਦੂਜਿਆਂ ਲਈ ਹੈ, ਪਰ ਗੁਰੂ ਪਾਤਸ਼ਾਹ ਦੇ ਘਰ ਭਗਤੀ ਸਾਧਨਾ ਕਰਨ ਵਾਲਿਆਂ ਕੋਲ ਇਹ ਮਹਾਰਾਜ ਕਹਿੰਦੇ ਚੰਨ ਛੋੜ ਦੇਤੀ ਪਾਤਸ਼ਾਹ ਜੀ। ਐ ਰੱਬ ਜੀ ਤੁਸੀਂ ਰਹਿਮਤ ਕਰਨਾ ਪਾਤਸ਼ਾਹ। ਹਰ ਗਤ ਮਿਤ ਕਰਤਾ ਆਪੇ ਜਾਣੈ, ਸਭ ਵਿਦ ਹਰ ਹਰ ਆਪ ਬਣਈਆ।
ਜੇ ਸਤਿਗੁਰ ਭੇਟੇ, ਜਿਹਨੂੰ ਵਾਹਿਗੁਰੂ ਸਤਿਗੁਰ ਨਾਲ ਮਿਲਾ ਦਾ, ਭੇਟੇ ਕਹਿੰਦੇ ਮਿਲਾ ਦੇਣਾ, ਮਿਲਾਪ ਹੋ ਜਾਣਾ। ਜਿਹੜਾ ਸਤਿਗੁਰ ਨਾਲ ਜੁੜ ਜਾਵੇ ਸੋ ਕੰਚਨ ਹੋਵੇ, ਉਹ ਪਿਓਰ ਸ਼ੁੱਧ ਸੋਨਾ ਬਣ ਜਾਂਦਾ ਹੈ, ਬਿਲਕੁਲ ਸ਼ੁੱਧ ਹੋ ਜਾਂਦਾ ਹੈ। ਬਾਕੀਆਂ ਦੇ ਉਹ ਕਰਮ ਨਹੀਂ ਮਿਟਦੇ, ਉਹ ਕਰਮ ਵੈਸੇ ਹੀ ਰਹਿੰਦੇ ਹਨ। ਰਤਨ ਪਦਾਰਥ ਗੁਰਮਤਿ ਪਾਵੈ, ਸਾਗਰ ਭਗਤ ਭੰਡਾਰ ਖੁਲਈਆ। ਸਾਗਰ ਬੰਦ ਹੋਵੇ, ਬੰਦ ਭਾਵ ਪਾਣੀ ਹੋ ਭਰਿਆ ਹੋਵੇ, ਕਿੱਥੋਂ ਰਤਨ ਕੱਢੋਗੇ? 1 ਮਿੰਟ ਲਈ 2 ਮਿੰਟ ਲਈ ਸਾਗਰ ਦਾ ਪਾਣੀ ਸੁੱਕ ਜਾਵੇ, ਉਹਦਾ ਤਲ ਉੱਤੇ ਆ ਜਾਵੇ ਤੇ ਲੋਕੀ ਉਹਦੇ ਰਤਨ ਕੱਢ ਕੱਢ ਕੇ ਘਰ ਲੈ ਜਾਣਗੇ। ਇਸੇ ਤਰ੍ਹਾਂ ਜੇ ਗੁਰੂ ਦੀ ਭਗਤੀ ਦੇ ਭੰਡਾਰੇ ਖੁੱਲ ਜਾਣ, ਸਾਗਰ ਭਗਤੀ ਭੰਡਾਰ ਖੁਲਈਆ, ਗੁਰੂ ਪਾਤਸ਼ਾਹ ਨੇ ਭਗਤੀ ਦੇ ਭੰਡਾਰੇ ਖੋਲ ਛੱਡੇ ਭਾਈ। ਇਥੋਂ ਕੀ ਲੈ ਜਾਓ? ਰਤਨ ਪਦਾਰਥ ਗੁਰਮਤਿ ਪਾਵੈ, ਗੁਰੂ ਦੀ ਮਤ ਲੈ ਕੇ ਰਤਨ ਪਦਾਰਥ, ਬੈਰਾਗ, ਵਿਵੇਕ, ਖੜ ਸੰਪਤੀ, ਸ਼ਰਧਾ ਭਾਵਨਾ, ਨਿਮਰਤਾ ਆਦਿ ਬੰਦਿਆ ਇੱਥੋਂ ਹੀ ਲੈ ਜਾ। ਗੁਰੂ ਮਹਾਰਾਜ ਕੋਲ ਇਹ ਹੈ ਖਾਲਸਾ ਜੀ, ਹੈ ਸਭ ਕੁਛ, ਪਰ ਜਿਹੜੇ ਭਗਤੀ ਭਾਵਨਾ ਵਾਲੇ ਗੁਰਮਤਿ ਅਨੁਸਾਰ ਉਹ ਇਹ ਮੰਗਦੇ ਹਨ। ਅਸੀਂ ਆਮ ਸੁਣਦੇ ਹੋਵਾਂਗੇ ਅਰਦਾਸ ਵਿੱਚ ਕਿ ਮਹਾਰਾਜ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀ ਕਰਨਾ। ਉੱਥੇ ਮੰਗਿਆ ਕੁਝ ਹੋਰ ਸੀ, ਮੰਗਿਆ ਤਾਂ ਕੁਝ ਹੋਰ ਸੀ, ਅਸੀਂ ਗੁਰਮਤਿ ਅਨੁਸਾਰ ਨਹੀਂ ਸਾਨੂੰ ਮਿਲਦਾ ਨਹੀਂ, ਫਿਰ ਚੀਕਾ ਮਾਰਦੇ ਮੈਨੂੰ ਮਿਲਿਆ ਕਿਉਂ ਨਹੀਂ ਜੀ, ਮੈਂ ਨਹੀਂ ਆਣਾ ਗੁਰਦੁਆਰੇ। ਨਾ ਭਾਈ, ਉਹ ਭਾਈ ਗੁਰਮਤਿ ਕੀ ਹੈ? ਰੱਬ ਨੇ ਦੇਣੀ ਸੀ ਸ਼ਰਧਾ ਭਾਵਨਾ, ਸਹਿਜ ਰਸ, ਟਿਕਾ, ਸੰਤੋਖ ਮਿਲਣਾ ਸੀ। ਸੰਤੋਖ ਤੋਂ ਮੰਗਿਆ ਨੇ ਕੁਝ ਹੋਰ ਹੀ ਮੰਗ ਲਿਆ ਹੈ। ਇਹ ਗੁਰਮਤਿ ਹੈ ਖਾਲਸਾ ਜੀ। ਗੁਰੂ ਦੀ ਮੱਤ ਵਿੱਚ ਬਹੁਤ ਭੰਡਾਰੇ ਭਰੇ ਹੋਏ, ਪਾਤਸ਼ਾਹ ਨੇ ਉਹ ਭਗਤੀ ਦੇ ਭੰਡਾਰੇ ਇਤਨੇ ਖੋਲ ਦਿੱਤੇ, ਭਾਈ ਆ ਜਾਓ ਤੇ ਲਈ ਜਾਓ, ਲਈ ਜਾਓ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਇੱਕ ਇੱਕ ਅੰਗ ਉੱਤੇ ਭੰਡਾਰੇ ਭਰੇ ਹੋਏ ਹਨ। ਸਭ ਤੋਂ ਜ਼ਿਆਦਾ ਵੱਡਾ ਭੰਡਾਰਾ ਹੈ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇਹ ਭੰਡਾਰਾ ਜ਼ਿਆਦਾ ਭਰਿਆ ਹੋਇਆ ਹੈ। ਭਾਈ ਜੀ ਨੇ ਲੈਣਾ ਹੈ ਉਹ ਲੈ ਸਕਦਾ ਹੈ। ਗੁਰ ਚਰਣੀ ਇੱਕ ਸ਼ਰਧਾ ਉਪਜੇ, ਮੈਂ ਹਰ ਗੁਣ ਕਹਿਤ ਤ੍ਰਿਪਤ ਨਾ ਭਈਆ। ਰਾਮਦਾਸ ਪਾਤਸ਼ਾਹ ਫਰਮਾਨ ਕਰਦੇ, ਰੱਬ ਦੀ ਸ਼ਰਣਾ ਵਿੱਚ, ਚਰਨ ਦੀ ਸ਼ਰਨ ਆ ਕੇ ਨਾ, ਗੁਰ ਚਰਣੀ, ਗੁਰੂ ਦੀ ਚਰਨਾਂ ਦੀ ਸ਼ਰਨ ਆ ਕੇ ਇੱਕ ਸਰਧਾ ਉਪਜੀ, ਇੱਕ ਸਰਧਾ ਪੈਦਾ ਹੋ ਗਈ। ਕੀ ਸ਼ਰਧਾ ਪੈਦਾ ਹੋਈ? ਕਿ ਰੱਬ ਦੇ ਨਾਮ ਨਾਲ ਜੁੜੇ ਰਹੀਏ। ਇੱਕੋ ਹੀ, ਬਹੁਤੀ ਨਹੀਂ ਹੋਈ, ਇੱਕ ਸ਼ਰਧਾ ਉਪਜੀ। ਕੀ ਸ਼ਰਧਾ? ਵੀ ਸਾਰੇ ਖਿਆਲਾਂ ਤੋਂ ਮਨ ਟੁੱਟ ਕੇ ਇੱਕ ਦੇ ਵੱਲ ਆ ਜਾਵੇ। ਕਿਹੜਾ ਜੀ? ਵਾਹਿਗੁਰੂ ਪਾਤਸ਼ਾਹ, ਇਹਦੇ ਵਿੱਚ ਮਨ ਜੁੜ ਜਾਵੇ ਬਸ। ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਭਈਆ, ਰੱਬ ਦੇ ਗੁਣ ਕਹਿੰਦੇ ਆ, ਕਹਿੰਦੇ ਰੱਬ ਜੀ ਰੱਜਾ ਨਾ, ਬਸ ਤ੍ਰਿਪਤ ਨਾ ਭਈਆ। ਮਹਾਰਾਜ ਰਜੇਵਾ ਨਹੀਂ ਆ ਰਿਹਾ। ਜਿਵੇਂ ਕਹਿੰਦੇ ਕੋਈ ਭੁੱਖਾ ਹੋਵੇ ਨਾ, ਜਨਮਾਂ ਦਾ ਭੁੱਖਾ, ਕਹਿੰਦਾ ਆਣ ਦੇ, ਆਣ ਦੇ। ਤੇ ਗੁਰੂ ਪਾਤਸ਼ਾਹ ਕਹਿੰਦੇ ਅਸੀਂ ਭੁੱਖੇ ਹੀ ਆ ਰੱਬ ਜੀ। ਇੱਥੇ ਭੁੱਖ ਦੁਨਿਆਵੀ ਭੁੱਖ ਨਹੀਂ, ਰੂਹਾਨੀ ਭੁੱਖ ਹੈ। ਪਾਤਸ਼ਾਹ ਜੀ ਤੁਹਾਡਾ ਨਾਂ ਜਪੀ ਜਾਈਏ, ਜਪੀ ਜਾਈਏ, ਪਰ ਰਜੀਏ ਨਾ। ਪਰਮ ਬੈਰਾਗ ਨਿਤ ਨਿਤ ਹਰਿ ਧਿਆਏ, ਮੈਂ ਹਰ ਗੁਣ ਕਹਿਤ ਭਾਵਨੀ ਕਹੀਆ। ਫਿਰ ਬਾਦਸ਼ਾਹ ਪਰਮ ਬੈਰਾਗ ਲਈ
ਵਿਰਾਗ ਹੁੰਦਾ ਹੈ ਖਾਲਸਾ ਜੀਓ ਦੁਨੀਆ ਨੂੰ ਝੂਠ ਜਾਣਨਾ। ਪਰਮ ਵਿਰਾਗ ਇਸ ਵਿੱਚ ਰੱਬ ਵੀ ਬਸ ਨਜ਼ਰ ਆਵੇ, ਕੋਈ ਨਜ਼ਰ ਆਵੇ ਨਾ। ਵਿਰਾਗ ਵਿੱਚ ਇੱਕ ਸੱਚਾ ਝੂਠਾ ਨਜ਼ਰ ਆਉਂਦਾ ਹੈ। ਵਿਰਾਗ ਵਿੱਚ ਕੀ ਹੈ? ਜਗ ਰਚਨਾ ਸਭ ਝੂਠ ਹੈ, ਜਾਨ ਲਿਓ ਰੇ ਮੀਤ। ਇਹ ਵਿਰਾਗ ਹੈ। ਝੂਠਾ ਤਾਂ ਨਜ਼ਰ ਆ ਰਿਹਾ ਨਾ, ਪਰ ਜਿੱਥੇ ਝੂਠਾ ਵੀ ਨਾ ਨਜ਼ਰ ਆਵੇ, ਪਰਮ ਵਿਰਾਗ ਸਾਰੇ ਪਾਸੇ ਵਾਹਿਗੁਰੂ ਹੀ ਯਾਦ ਆਵੇ। ਬਸ ਪਰਮ ਵਿਰਾਗ ਲਈ ਪਾਤਸ਼ਾਹ ਜੀ ਨਿਤ ਨਿਤ ਹਰ ਧਿਆਏ, ਰੋਜ਼ ਰੋਜ਼ ਤੁਹਾਨੂੰ ਧਿਆਈਏ, ਧਿਆਇਆ ਵੀ ਹੈ। ਮੈਂ ਹਰ ਗੁਣ ਕਹਤੇ ਭਾਵ ਨਹੀਂ ਕਹੀਆ। ਮੈਂ ਰੱਬ ਦੇ ਗੁਣ ਕਹੇ, ਕਿਵੇਂ ਕਹੇ ਜੀ? ਭਾਵਨੀ ਕਹੀਆ, ਭਾਵਨਾ ਨਾਲ ਆਖੇ ਹਨ, ਸ਼ਰਧਾ ਨਾਲ ਆਖੇ। ਤੁਹਾਡੇ ਗੁਣ ਪਾਤਸ਼ਾਹ ਸ਼ਰਧਾ ਨਾਲ ਗਾਏ ਹਨ। ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨ ਪਾਵੈ ਪਰ ਪਰਈਆ। ਮਹਾਰਾਜ ਬਾਰ ਬਾਰ ਕਹੀਏ, ਪਰ ਫਿਰ ਵੀ ਤੁਹਾਡਾ ਅੰਤ ਨਹੀਂ ਪੈਂਦਾ। ਬਾਰ ਬਾਰ ਖਿਨ ਖਿਨ, ਮੁੜ ਮੁੜ ਕੇ, ਖਿਨ ਖਿਨ, ਇੱਕ ਸੈਕਿੰਡ ਪਲ ਪਲ ਕਹੀਏ, ਪਰ ਤੁਹਾਡਾ ਪਾਤਸ਼ਾਹ ਅੰਤ ਨਹੀਂ ਪੈਂਦਾ। ਹਰ ਪਾਰ ਨਾ ਪਾਵੈ ਪਰੈ ਪਰਈਆ। ਤੁਸੀਂ ਪਰੇ ਤੋਂ ਪਰੇ ਹੋ ਪਾਤਸ਼ਾਹ, ਤੁਹਾਡਾ ਅੰਤ ਨਹੀਂ ਪੈਂਦਾ। ਸਾਸਤ ਵੇਦ ਪੁਰਾਣ ਪੁਕਾਰਹਿ, ਧਰਮ ਕਰਹੁ ਖਟ ਕਰਮ ਦਿਰੜਈਆ। ਸ਼ਾਸਤਰ ਵੇਦ ਪੁਰਾਣ ਇਹ ਪੁਕਾਰਦੇ ਹਨ, ਭਾਈ ਧਰਮ ਦੇ ਕੰਮ ਕਰੋ, ਪਰ ਉਹ ਬੰਦਾ ਕਰਦਾ ਨਹੀਂ। ਹਾਂ ਜੀ ਕਰਦੇ ਆ ਜੀ, ਤੀਰਥਾਂ ਤੇ ਯਾਤਰਾ ਕਰਦੇ ਆ। ਗੁਰੂ ਤੇਗ ਬਹਾਦਰ ਪਾਤਸ਼ਾਹ ਰਾਗ ਬਿਲਾਵਲ ਵਿੱਚ ਫਰਮਾਨ ਕਰਦੇ, ਫਿਰ ਤੀਰਥਾਂ ਤੇ ਯਾਤਰਾ ਕਰਦਾ, ਵਰਤ ਰੱਖਦਾ, ਨਹਿ ਮਨੁਆ ਬਸ ਤਾਕੋ। ਤੇਰਾ ਮਨ ਤਾਂ ਕਾਬੂ ਹੈ ਨਹੀਂ, ਉਹ ਫਾਇਦਾ ਨਹੀਂ। ਪਾਤਸ਼ਾਹ ਕਹਿੰਦੇ ਧਰਮ ਦੇ ਕੰਮ, ਕਹਿੰਦੇ ਆਖਿਆ ਗ੍ਰੰਥਾਂ ਵਿੱਚ, ਸ਼ਾਸਤਰ ਵੇਦ ਪੁਰਾਣ ਪੁਕਾਰ ਹੈ, ਧਰਮ ਕਰੋ, ਧਰਮ ਦੇ ਕੰਮ ਕਰੋ। ਕਿਹੜੇ? ਖਟ ਕਰਮ ਦ੍ਰਿੜਈਆ, ਖਟ ਕਰਮ ਕਰੋ, ਯੋਗ ਸਾਧਨਾ ਕਰੋ, ਆਪਣੇ ਆਪ ਨੂੰ ਕਾਬੂ ਰੱਖੋ। ਪਰ ਗੁਰਮਤਿ ਅਨੁਸਾਰ 6 ਕਰਮ ਜਿਹਦੇ ਹਨ ਖਾਲਸਾ ਜੀ, ਮੰਤਰੰ ਰਾਮ ਰਾਮ ਨਾਮੰ, ਜਿਹਦੀ ਐਸੀ ਅਵਸਥਾ ਹੈ ਉਹ ਖਟ ਲਖਣ ਪੂਰਨ ਪੁਰਖ ਹੈ। ਨਾਨਕ ਨਾਮ ਸਾਧ ਸਵਜਨ ਹੈ, ਉਹ ਜਿਹੜੋ ਇਹ ਕਰਦਾ ਗੁਰੂ ਕਾ ਪਿਆਰਾ। ਮਨ ਮੁਖ ਪਾਖੰਡ ਪਰਮ ਵਿਗੁਤੇ, ਲੋਭ ਲਹਿਰ ਨਾਵ ਪਾਰ ਬੁਢਈਆ। ਮਨਮੁਖ ਬੰਦੇ ਉਹ ਤਾਂ ਖਾਲਸਾ ਡੁੱਬੀ ਜਾ ਰਹੇ ਹਨ। ਪਾਖੰਡ ਭਰਮ ਵਿਗੂਤੇ, ਪਖੰਡ ਵਿੱਚ ਭਰਮ ਵਿੱਚ ਗਲਤਾਨ ਹਨ। ਲੋਭ ਲਹਿਰ ਅੰਦਰ ਇਤਨੀ ਚਲਦੀਆਂ, ਉਹਨਾਂ ਦੀ ਕਹਿ ਲੋ ਜੀਵਨ ਦੀ ਨਾਵ ਡੁੱਬ ਰਹੀ ਹੈ। ਨਾਮ ਜਪਹੁ ਨਾਮੇ ਗਤ ਪਾਵਹੁ, ਸਿਮਰਤ ਸਾਸਤਰ ਨਾਮ ਦਿਰੜਈਆ। ਨਾਮ ਹੀ ਜਪੋ ਭਾਈ, ਸੌਖਾ ਜਿਹਾ ਕੰਮ ਹੈ ਨਾ, ਪਰ ਹੈ ਸੌਖਾ ਜੀ, ਜਪਿਆ ਨਹੀਂ ਜਾਂਦਾ। ਆਖਣ ਔਖਾ ਸਾਚਾ ਨਾਉ, ਨਾਮ ਜਪੋ ਨਾਮੇ ਗਤ ਪਾਵੋ। ਗਤ ਮੁਕਤੀ ਨਾਮ ਕਰਕੇ ਮਿਲਣੀ ਹੈ। ਸਿਮਰਤ ਸ਼ਾਸਤਰ ਸਭ ਕਹਿੰਦੇ ਭਾਈ ਨਾਮ ਹੀ ਜਪੋ, ਉਹ ਨਾਮ ਨੂੰ ਦ੍ਰਿੜਾਉਂਦੇ ਹਨ। ਹਉ ਮੈਂ ਜਾਏ ਤਾਂ ਨਿਰਮਲ ਹੋਵੇ, ਗੁਰਮੁਖ ਪਰਚੈ ਪਰਮ ਪਦ ਪਈਆ। ਨਾਮ ਜਪ ਕੇ ਜੇ ਹਉਮੈ ਚਲੀ ਗਈ ਨਾ ਖਾਲਸਾ ਜੀਓ, ਤੇ ਬੰਦਾ ਸ਼ੁੱਧ ਹੋ ਗਿਆ। ਗੁਰਮੁਖ ਪਰਚੈ ਪਰਮ ਪਦ ਪਈਆ, ਜਿਹਦਾ ਅੰਦਲਾ ਮਨ ਗੁਰੂ ਪਾਤਸ਼ਾਹ ਦੀ ਸ਼ਰਨ ਚਲਾ ਗਿਆ, ਪਰਚੈ ਕਹਿੰਦੇ ਮਿਲਾਪ ਹੋ ਗਿਆ, ਤੇ ਉਹਨੂੰ ਪਰਮ ਪਦ ਦੀ ਅਵਸਥਾ ਪ੍ਰਾਪਤ ਹੋ ਗਈ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵਹਿ ਸੇ ਕਰਮ ਕਮਈਆ। ਆਪ ਜੀ ਇਹ ਦੁਨੀਆ, ਇਹ ਵਰਨ, ਇਹ ਸਭ ਤੁਹਾਡੇ ਰੂਪ ਹਨ ਪਾਤਸ਼ਾਹ। ਜਿੱਥੇ ਤੁਸੀਂ ਕਿਸੇ ਨੂੰ ਲਾ ਰਹੇ ਹੋ ਉਹੀ ਕਰਮ ਦੁਨੀਆ ਦੇ ਬੰਦੇ ਕਰਦੇ। ਕਈ ਮਨਮੁਖ ਬਣੇ, ਕਈ ਗੁਰਮੁਖ ਬਣੇ ਹਨ।
ਕਈ ਚੰਦਨ ਵਾਂਗ ਸੁਗੰਧੀ ਦੇਣ ਵਾਲੇ ਬਣੇ, ਕਈ ਬਾਂਸ ਵਾਂਗ ਅੰਕਾਰੀ ਬਣੇ ਹਨ ਪਾਤਸ਼ਾਹ। ਇਹ ਤੁਹਾਡੀ ਸ੍ਰਿਸ਼ਟੀ ਹੈ। ਨਾਨਕ ਜੰਤ ਵਜਾਏ ਵਾਜਹਿ, ਜਿਤ ਭਾਵੈ ਤਿਤ ਰਾਹੇ ਚਲਈਆ। ਰੱਬ ਜੀ ਅਸੀਂ ਤੁਹਾਡੇ ਜੰਤ ਹਾਂ, ਤੁਸੀਂ ਜੰਤੀ ਹੋ। ਜਿਵੇਂ ਸਾਨੂੰ ਵਜਾਓਗੇ ਅਸੀਂ ਉਵੇਂ ਵੱਜਾਂਗੇ, ਜਿੱਥੇ ਭੇਜੋਗੇ ਪਾਤਸ਼ਾਹ ਉੱਥੇ ਜਾਵਾਂਗੇ। ਜਿਤ ਭਾਵੈ ਤਿਤ ਰਾਹੇ ਚਲਈਆ, ਜਿੱਥੇ ਤੁਹਾਨੂੰ ਪਾਉਂਦਾ ਹੈ ਪਾਤਸ਼ਾਹ ਅਸੀਂ ਉਸ ਰਾਹ ਤੇ ਤੁਰਾਂਗੇ, ਪਰ ਆਪਣੀ ਸ਼ਰਨ ਰੱਖਣਾ। ਤੁਹਾਡੀ ਸ਼ਰਨ ਤੋਂ ਦੂਰ ਨਾ ਜਾਈਏ, ਤੁਹਾਡੇ ਹੁਕਮ ਵਿੱਚ ਰਹੀਏ। ਇਹ ਪਾਤਸ਼ਾਹ ਸਾਡੇ ਤੇ ਰਹਿਮਤ ਕਰਨ। ਧੰਨ ਗੁਰੂ ਰਾਮਦਾਸ ਪਾਤਸ਼ਾਹ। ਕਿ ਮਨਾ ਨਾਮ ਨੂੰ ਧਿਆ, ਤੇਰੇ ਅੰਦਰ ਠੰਡ ਆਵੇਗੀ, ਦੁਨੀਆ 'ਚ ਠੰਡ ਆਵੇਗੀ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ। ਜਿਤ ਦੁਆਰੈ ਉਬਰੈ, ਤਿਤੈ ਲਹੂ ਉਬਾਰ। ਸਤਿਗੁਰ ਸੁਖ ਵਿਖਾਲਿਆ, ਸੱਚਾ ਸ਼ਬਦ ਵਿਚਾਰ। ਨਾਨਕ ਅਵਰ ਨ ਸੁਝਈ, ਹਰ ਬਿਨ ਬਖਸ਼ਣ ਹਾਰ। ਰੱਬ ਤੋਂ ਬਿਨਾ ਕੋਈ ਬਖਸ਼ਣ ਵਾਲਾ ਨਹੀਂ। ਰੱਬ ਦੀ ਸ਼ਰਨ ਆਈਏ, ਸਭ ਦੇ ਦੁੱਖ ਦੂਰ ਹੋਣਗੇ। ਇਹ ਪਾਤਸ਼ਾਹ ਕਿਰਪਾ ਕਰਨ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰ ਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।